ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰਦਾਰ ਮਨਜੀਤ ਸਿੰਘ ਭੋਮਾ ਹੋਰਾਂ ਦੇ ਨਾਲ ਤੇ ਗੱਲਬਾਤ ਦਾ ਵਿਸ਼ਾ ਰਹੇਗਾ ਕਿ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਰਲ ਕੇ ਇਹ ਪ੍ਰੋਗਰਾਮ ਜਿਹੜਾ ਕਰਨਗੇ। ਸੋ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਆ ਉਹ ਕਾਫੀ ਮਹੀਨਿਆਂ ਤੋਂ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਆ ਕਿ ਵੱਖਰੀ ਸਟੇਜ ਜਿਹੜੀ ਆ ਉਹ ਲਗਾ ਕੇ ਪ੍ਰੋਗਰਾਮ ਮਨਾਉਣਗੀਆਂ, ਚਾਹੇ ਕਿ ਇਹ ਗੱਲ ਕਹੀ ਜਾ ਰਹੀ ਆ ਕਿ ਇੱਕੋ ਜਗ੍ਹਾ 'ਤੇ ਹੀ ਇਹ ਪ੍ਰੋਗਰਾਮ ਮਨਾਇਆ ਜਾਵੇ। ਪਰ ਇਹਨਾਂ ਦੀ ਕੀ ਨਾਰਾਜ਼ਗੀ ਹੈ, ਕਿਉਂ ਉਹਨਾਂ ਦੇ ਨਾਲ ਪ੍ਰੋਗਰਾਮ ਨਹੀਂ ਮਨਾਉਣਾ ਚਾਹੁੰਦੇ ਜਾਂ ਕੀ ਕੁਝ ਇਸ ਚੀਜ਼ ਨੂੰ ਲੈ ਕੇ ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਇੱਕ ਇਕੱਠ ਵੀ ਹੋ ਰਿਹਾ ਹੈ, ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਪਹੁੰਚਣਗੇ। ਸੋ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਅਸੀਂ ਲਵਾਂਗੇ ਸਰਦਾਰ ਮਨਜੀਤ ਸਿੰਘ ਭੋਮਾ ਹੋਰਾਂ ਤੋਂ ਤੇ ਉਹਨਾਂ ਤੋਂ ਜਾਣਾਂਗੇ ਕਿ ਕੱਲ੍ਹ ਦਾ ਇਕੱਠ ਜਿਹੜਾ ਆ ਉਸ ਦੇ ਵਿੱਚ ਕੀ ਕੁਝ ਉਲੀਕਿਆ ਜਾ ਰਿਹਾ ਆਉਣ ਵਾਲੇ ਦਿਨਾਂ ਵਾਸਤੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਭੋਮਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਮਾ ਸਾਹਿਬ, ਕੱਲ੍ਹ ਦਾ ਜਿਹੜਾ ਇਕੱਠ ਹੋ ਰਿਹਾ ਡੇਰਾ ਬਾਬਾ ਨਾਨਕ ਵਿਖੇ, ਉਹਦਾ ਕੀ ਮਕਸਦ ਹੈਗਾ ਆ? ਤੇ ਇਹ ਗੱਲ ਤਾਂ ਚਰਚਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ 'ਚ ਵੀ ਆਈ ਸੀ ਕਿ ਇੱਕ ਵੱਖਰੀ ਸਟੇਜ ਦੂਜੀਆਂ ਜਥੇਬੰਦੀਆਂ ਵੱਲੋਂ ਲਗਾਈ ਜਾਏਗੀ। ਸੋ ਕਿਹੜੀ ਚੀਜ਼ ਨੂੰ ਲੈ ਕੇ ਵੱਖਰੀ ਸਟੇਜ ਦੀ ਗੱਲ ਹੋ ਰਹੀ ਹੈ ਤੇ ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਜਿਹੜਾ ਆ ਉਹ ਕੀ ਇਕੱਠ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਣਾ ਹੈ? ਗਿੱਲ ਸਾਹਿਬ, ਸਭ ਤੋਂ ਪਹਿਲਾਂ ਮੈਂ ਦੁਬਾਰਾ ਫੇਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਮੁੜ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1947 ਤੋਂ ਬਾਅਦ ਜਦੋਂ ਇਸ ਦੇਸ਼ ਦੇ ਦੋ ਟੁਕੜੇ ਹੋਏ ਆ, ਹਿੰਦੁਸਤਾਨ ਤੇ ਪਾਕਿਸਤਾਨ, ਉਸ ਸਮੇਂ ਤੋਂ ਲੈ ਕੇ ਹੀ ਸਿੱਖ ਭਾਵੇਂ ਦੇਸ਼ 'ਚ ਬੈਠਾ ਭਾਵੇਂ ਵਿਦੇਸ਼ 'ਚ ਬੈਠਾ, ਉਹ ਨਿੱਤ ਸਵੇਰੇ ਤੇ ਸ਼ਾਮ ਨੂੰ ਇਹ ਅਰਦਾਸ ਕਰਦਾ ਵਾ ਵੀ ਜਿਹੜੇ ਗੁਰਧਾਮ ਸਾਥੋਂ ਜਿਹੜੇ ਆ ਵਿਛੜ ਗਏ ਆ, ਵਿਛੋੜੇ ਗਏ ਆ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਸਾਨੂੰ ਜਿਹੜਾ ਵਾ ਖੁੱਲ੍ਹਾ ਸੁਭਾਗ ਜਿਹੜਾ ਵਾ ਗੁਰੂ ਸਾਹਿਬ ਸਾਨੂੰ ਜਿਹੜਾ ਵਾ ਬਖਸ਼ਣ। ਇਹ ਚਾਰਾ ਜੋਈ, ਇਹ ਬੇਨਤੀ ਜਿਹੜੀ ਆ ਹਰ ਸਿੱਖ ਸੁਬਾਹ ਸ਼ਾਮ ਜਿਹੜੀ ਆ 1947 ਤੋਂ ਬਾਅਦ ਜਿਹੜਾ ਵਾ ਕਰਦਾ ਆ ਰਿਹਾ ਵਾ। ਅਤੇ ਪਿਛਲੇ ਸਮੇਂ ਕੁਝ ਸਿੱਖਾਂ ਨੇ ਡੇਰਾ ਬਾਬਾ ਨਾਨਕ ਵਿਖੇ ਸਰਹੱਦ 'ਤੇ ਜਾ ਕੇ ਭਾਵੇਂ ਉਹਦੇ ਵਿੱਚ ਦਰਸ਼ਨ ਬਲਾਖੀ ਸੰਸਥਾ ਦੇ ਜਿਹੜੇ ਆ ਮੁੱਖ ਸੇਵਾਦਾਰ ਸਰਦਾਰ ਭਪੀਖਣ ਸਿੰਘ ਜੀ ਗਰਾਇਆ, ਉਹਨਾਂ ਦੀ ਸੰਸਥਾ ਨੇ ਸਭ ਤੋਂ ਪਹਿਲਾਂ ਉੱਥੇ ਜਿਹੜਾ ਵਾ ਬੀੜਾ ਚੁੱਕਿਆ ਸੀ ਕਿ ਇਹ ਜਿਹੜੀ ਆ ਲਾਂਘਾ ਇੱਥੇ ਖੁੱਲ੍ਹਣਾ ਚਾਹੀਦਾ ਵਾ ਅਤੇ ਕਰਤਾਰ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਸਾਨੂੰ ਦਰਸ਼ਨ ਕਰਨ ਦਾ ਜਿਹੜਾ ਵਾ ਮੌਕਾ ਜਿਹੜਾ ਵਾ ਮਿਲਣਾ ਚਾਹੀਦਾ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ, ਪੰਥਕ ਦਰਦੀ ਸਰਦਾਰ ਕੁਲਦੀਪ ਸਿੰਘ ਵਡਾਲਾ ਨੇ ਵੀ ਹਰ ਮਹੀਨੇ ਬਾਅਦ ਉੱਥੇ ਜਿਹੜਾ ਵਾ ਅਰਦਾਸ ਕਰਨ ਜਿਹੜਾ ਵਾ ਜਾਇਆ ਕਰਦੇ ਸੀ ਅਕਾਲ ਪੁਰਖ ਸਾਹਿਬ ਦੇ ਚਰਨਾਂ 'ਚ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ, ਕਿ ਸਾਨੂੰ ਜਿਹੜਾ ਵਾ ਕਰਤਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਮਹਾਰਾਜ ਜਿਹੜਾ ਵਾ ਮੌਕਾ ਦਿਓ, ਇਹ ਲਾਂਘਾ ਖੁੱਲ੍ਹੇ ਤਾਂ ਜੋ ਹਿੰਦੁਸਤਾਨ ਅਤੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਵੱਸਦਾ ਵਾ, ਉਹ ਕਰਤਾਰਪੁਰ ਸਾਹਿਬ ਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਲੰਮਾ ਸਮਾਂ ਜਿਹੜਾ ਵਾ ਗੁਜ਼ਾਰਿਆ, ਉਸ ਗੁਰਧਾਮਾਂ ਦੇ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਜਿਹੜਾ ਵਾ ਮੌਕਾ ਮਿਲ ਸਕੇ। ਦੋਵਾਂ ਦੇਸ਼ਾਂ 'ਤੇ ਕਾਫੀ ਦਬਾਅ ਬਣਿਆ ਅੰਤਰਰਾਸ਼ਟਰੀ ਪੱਧਰ ਤੋਂ ਵੀ। ਪਹਿਲਾਂ ਹੀ ਤਾਂ ਗੱਲ ਇਹ ਸੀ ਵੀ ਇਹ ਗੱਲ ਨਾਮੁਮਕਿਨ ਵਰਗੀ ਜਾਪਦੀ ਸੀ ਵੀ ਇਹ ਖੁੱਲ੍ਹਣਾ ਨਹੀਂ, ਇਹ ਹਵਾਈ ਗੱਲਾਂ ਨੇ, ਇੱਕ ਸੇਖ ਚਿੱਲੀ ਦੇ ਜਿਹੜੇ ਆ ਸੁਪਨੇ ਵਾਲੀ ਜਿਹੜੀ ਆ ਗੱਲ ਸੀ। ਪਰ ਸਿੱਖਾਂ ਦੀਆਂ ਸੁਬਾਹ ਸ਼ਾਮ ਅਰਦਾਸਾਂ ਅਤੇ ਜੋ ਸਿੱਖ ਜਿਹੜੇ ਆ ਜੋਦੜੀ ਕਰਦੇ ਸੀ ਜਾ ਕੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਖਲੋ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਆਪਣਾ ਜਿਹੜਾ ਵਾ ਮੁੱਖ ਕਰਕੇ ਕਿ ਮਹਾਰਾਜ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਕਿਤੇ ਮੌਕਾ ਦਿਓ, ਉਹ ਸਿੱਖ ਸੰਗਤਾਂ ਦੀਆਂ ਜਿਹੜੀਆਂ ਨੇ ਅਰਦਾਸਾਂ ਜਿਹੜੀਆਂ ਨੇ ਸੁਣੀਆਂ ਗਈਆਂ ਨੇ। ਹਿੰਦੁਸਤਾਨ ਅਤੇ ਪਾਕਿਸਤਾਨ ਸਰਕਾਰ ਦੋਵੇਂ ਹੀ ਇਸ ਮੁੱਦੇ 'ਤੇ ਸਹਿਮਤ ਹੋ ਗਈਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ। ਅਤੇ ਆਪਾਂ ਸਾਰੇ ਦੇਖ ਰਹੇ ਹਾਂ, ਮੀਡੀਆ 'ਤੇ ਵੀ ਦੇਖ ਰਹੇ ਹਾਂ, ਸੋਸ਼ਲ ਮੀਡੀਆ 'ਤੇ ਵੀ ਦੇਖ ਰਹੇ ਹਾਂ, ਅਖਬਾਰਾਂ 'ਚ ਵੀ ਦੇਖ ਰਹੇ ਹਾਂ ਕਿ ਪਾਕਿਸਤਾਨ ਵਾਲੇ ਪਾਸੇ ਅਤੇ ਹਿੰਦੁਸਤਾਨ ਵਾਲੇ ਪਾਸੇ ਭਾਵੇਂ ਕਈ ਅੜਚਣਾਂ ਆਈਆਂ, ਕਈ ਰੁਕਾਵਟਾਂ ਆਈਆਂ, ਕਈ ਬੇਈਮਾਨੀਆਂ ਵੀ ਸਨ,
ਪਰ ਸਿੱਖ ਸੰਗਤਾਂ ਦੇ ਜਿਹੜਾ ਵਾ ਦਬਾਅ ਕਾਰਨ ਜਿਹੜਾ ਵਾ ਇਹ ਸਭ ਰੁਕਾਵਟਾਂ ਤੇ ਜਿਹੜੀਆਂ ਨੇ ਦੂਰ ਹੁੰਦੀਆਂ ਜਿਹੜੀਆਂ ਨੇ ਨਜ਼ਰ ਆਈਆਂ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਤੇ ਡੇਰੇ ਬਾਬੇ ਨਾਨਕ ਦੀ ਸਰਹੱਦ ਤੱਕ ਪਾਕਿਸਤਾਨ ਗੌਰਮੈਂਟ ਜਿਹੜਾ ਵਾ ਬੜੀ ਤੇਜ਼ੀ ਦੇ ਨਾਲ ਜਿਹੜਾ ਵਾ ਉਹ ਸੜਕ ਬਣਾ ਰਹੀ ਆ, ਉਹ ਕੋਰੀਡੋਰ ਜਿਹੜੀ ਆ ਬਣਾ ਰਹੀ ਆ। ਇਸੇ ਤਰ੍ਹਾਂ ਹੀ ਹਿੰਦੁਸਤਾਨ ਵਾਲੇ ਪਾਸੇ ਵੀ ਜਿਹੜਾ ਵਾ ਵੀ ਕੰਮ ਬੜੀ ਤੇਜ਼ੀ ਦੇ ਨਾਲ ਜਿਹੜਾ ਵਾ ਚੱਲ ਰਿਹਾ ਵਾ। ਤੇ ਗੱਲ ਇਹ ਆ ਕਿ ਇਹ ਲਾਂਘਾ ਹੁਣ ਜਿਹੜਾ ਵਾ ਬਿਲਕੁਲ ਖੁੱਲ੍ਹਣ ਦੇ ਜਿਹੜਾ ਵਾ ਕਿਨਾਰੇ ਆ, ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਦੇ ਮੌਕੇ ਇਹ ਦੋਵੇਂ ਹੀ ਸਰਕਾਰਾਂ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਵੀ ਲੈਣੀਆਂ ਚਾਹੁੰਦੀਆਂ ਨੇ ਤੇ ਸਿੱਖ ਜਜ਼ਬਾਤਾਂ ਨੂੰ ਕੈਸ਼ ਵੀ ਕਰਨਾ ਚਾਹੁੰਦੀਆਂ ਨੇ। ਮਤਲਬ ਸਿਆਸਤ ਹੋ ਰਹੀ ਹੈ, ਦੋਵੇਂ ਹੀ ਗੱਲਾਂ ਨੇ। ਆਪਾਂ ਇਹ ਗੱਲ ਕਹਿ ਦਈਏ ਕੋਈ ਮਨੋਂ ਕਰਦਾ ਹੋਊ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ, ਤੇ ਆਪਾਂ ਦਿਲੀ ਕਹਿ ਸਕਦੇ ਹਾਂ ਕਿ ਉਹ ਸਰਦਾ ਦੇ ਨਾਲ ਜਿਹੜਾ ਵਾ ਇਹ ਖੁਸ਼ੀਆਂ ਗੁਰੂ ਨਾਨਕ ਸਾਹਿਬ ਦੀਆਂ ਲੈਣਾ ਚਾਹੁੰਦੇ ਆ। ਪਰ ਜਿਹੜੇ ਕੁਝ ਪੋਲੀਟੀਕਲ ਲੀਡਰ ਆ ਆਪਣੇ ਸਿਆਸੀ ਮੰਤਵਾਂ ਲਈ ਵੀ ਜਿਹੜਾ ਵਾ ਅੰਤਰਰਾਸ਼ਟਰੀ ਪੱਧਰ 'ਤੇ ਦਬਾਅ ਦੇ ਕਾਰਨ ਵੀ ਇਹ ਜਿਹੜਾ ਵਾ ਲਾਂਘਾ ਖੁੱਲ੍ਹਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਆ ਇਸ ਅੰਤਰਰਾਸ਼ਟਰੀ ਦਬਾਅ ਨੇ ਵੀ ਜਿਹੜੀ ਆ ਬਣਾਈ ਆ। ਸੋ ਸਾਨੂੰ ਇਹ ਨਹੀਂ ਆ ਕਿ ਕੋਈ ਦਬਾਅ ਕਾਰਨ ਖੋਲ੍ਹ ਰਿਹਾ ਵਾ, ਕੋਈ ਕਿਵੇਂ ਖੋਲ੍ਹ ਰਿਹਾ ਵਾ। ਸਿੱਖ ਸੰਗਤਾਂ ਨੂੰ ਤਾਂ ਇਹ ਆ ਕਿ ਸਾਨੂੰ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਿਹੜਾ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਧਾਮ ਆ ਸ੍ਰੀ ਕਰਤਾਰਪੁਰ ਸਾਹਿਬ, ਉਹਦੇ ਅਸੀਂ ਦਰਸ਼ਨ ਦਿਦਾਰੇ ਜਿਹੜਾ ਵਾ ਕਰ ਸਕਦੇ। ਤੁਹਾਡੀ ਭੁਮਾ ਸਾਹਿਬ ਕੀ ਹੁਣ ਰਣਨੀਤੀ ਹੈਗੀ ਆ ਜਿਹੜੀ ਕਿ ਤੁਸੀਂ ਕੱਲ੍ਹ ਇਕੱਠ ਕਰਨ ਜਾ ਰਹੇ ਹੋ, ਉਹ ਤੋਂ ਕੀ ਸੁਨੇਹਾ ਜਿਹੜਾ ਉਹ ਪੰਥ ਨੂੰ ਦੇਣਾ ਚਾਹੁੰਦੇ ਹੋ ਜਾਂ ਕੀ ਹੋਣਾ ਹੈ ਕੱਲ੍ਹ ਉੱਥੇ? ਗਿੱਲ ਸਾਹਿਬ, ਸਿੱਖ ਸੰਗਤਾਂ ਦੇ ਮਨਾਂ 'ਚ ਹਾਲੇ ਵੀ ਕਈ ਖਦਸ਼ੇ ਆ ਕਿ ਇਹ ਲਾਂਘਾ ਹਿੰਦੁਸਤਾਨ ਦੇ ਵਿੱਚ ਕੋਈ ਬਹਾਨਾ ਬਣਾ ਕੇ ਕਿਤੇ ਐਨ ਮੌਕੇ ਜਿਹੜਾ ਵਾ ਇਹਨੂੰ ਰੋਕ ਨਾ ਲਿਆ ਜਾਵੇ। ਇਹਨਾਂ ਖਦਸ਼ਿਆਂ ਦੇ ਸਨਮੁਖ ਹੀ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ, ਅਕਾਲ ਪੁਰਖ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਜੋਦੜੀ ਕਰਨ ਜਾ ਰਹੇ ਹਾਂ ਕਿ ਮਹਾਰਾਜ ਇਹ ਜਿਹੜਾ ਕਾਰਜ ਤੁਸੀਂ ਆਪ ਹੀ ਸ਼ੁਰੂ ਕੀਤਾ ਤੇ ਆਪ ਹੀ ਜਿਹੜਾ ਵਾ ਨੇਪਰੇ ਜਿਹੜਾ ਵਾ ਤੁਸੀਂ ਚਾੜਿਆ ਵਾ ਸੰਗਤਾਂ ਦੇ ਮਨ ਦੇ ਵਿੱਚ ਵਸ ਕੇ, ਹਿੰਦੁਸਤਾਨ ਪਾਕਿਸਤਾਨ ਦੇ ਹਾਕਮਾਂ ਦੇ ਮਨ ਦੇ ਵਿੱਚ ਵਸ ਕੇ, ਤੇ ਤੁਸੀਂ ਇਹਨੂੰ ਅੰਤਮ ਸਟੇਜ 'ਤੇ ਲੈ ਆਂਦਾ ਵਾ। ਤੇ ਹੇ ਅਕਾਲ ਪੁਰਖ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਇਹ ਜਿਹੜੇ ਲੋਕਾਂ ਦੇ ਖਦਸ਼ੇ ਆ, ਇਹ ਜੋ ਹੁਣ ਸੁਣੀਦਾ ਵੀ ਰੁਕਾਵਟ ਅੰਤਮ ਸਮੇਂ ਨਾ ਕੋਈ ਪੈ ਜਾਵੇ, ਇਹ ਨਿਰਵਿਘਨਤਾ ਸਹਿਤ ਜਿਹੜਾ ਵਾ ਇਹ ਲਾਂਘਾ ਨੇਪਰੇ ਚੜ੍ਹਨ ਲਈ ਕੱਲ੍ਹ ਦੀ ਜਿਹੜੀ ਆ ਅਰਦਾਸ, ਕਿਉਂਕਿ ਕੱਲ੍ਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਗੁਰਪੁਰਬ ਵੀ ਆ। ਇਸ ਗੁਰਪੁਰਬ ਨੂੰ ਅਸੀਂ ਜਿਹੜਾ ਵਾ ਅਰਦਾਸ ਦਿਵਸ ਵਜੋਂ ਜਿਹੜਾ ਵਾ ਮਨਾ ਰਹੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿ ਇਹ ਲਾਂਘਾ ਨਿਰਵਿਘਨਤਾ ਸਹਿਤ ਜਿਹੜਾ ਵਾ ਨੇਪਰੇ ਜਿਹੜਾ ਵਾ ਚੜ੍ਹ ਜਾਵੇ। ਇੱਕ ਗੱਲ ਹੋਰ ਜ਼ਿਹਨ ਦੇ ਵਿੱਚ ਆ ਰਹੀ ਕਿ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਵਿਵਸਥਾ ਜੇ, ਤੁਹਾਡੇ ਨਾਲ ਹੋਰ ਕਿਹੜੀਆਂ ਜਥੇਬੰਦੀਆਂ ਜਿਹੜੀਆਂ ਆ ਕੱਲ੍ਹ ਉੱਥੇ ਅਰਦਾਸ ਜਿਹੜੀ ਆ ਉਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਰਹੀਆਂ? ਮੈਂ ਚਾਹੂੰਗਾ ਕਿ ਦਰਸ਼ਕ ਜਿਹੜੇ ਉਹਨਾਂ ਨੂੰ ਪਤਾ ਲੱਗੇ ਕਿ ਕੌਣ ਕੌਣ ਉੱਥੇ ਇਕੱਠਾ ਹੋ ਰਿਹਾ ਕੱਲ੍ਹ। ਵੇਖੋ, ਕੱਲ੍ਹ ਜੋ ਅਰਦਾਸ ਹੋ ਰਹੀ ਆ ਇਸ ਦੀ ਅਗਵਾਈ ਕਰ ਰਹੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਅੰਸ਼ ਬੰਸ ਬਾਬਾ ਸਰਬਜੋਤ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ। ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਜਿਹੜਾ ਵਾ ਪ੍ਰੋਗਰਾਮ ਜਿਹੜਾ ਵਾ ਉਲੀਕਿਆ ਗਿਆ ਵਾ। ਪਿਛਲੇ ਸਮੇਂ ਸਾਡੀਆਂ ਸੰਤ ਸਮਾਜ ਦੇ ਨਾਲ ਮੀਟਿੰਗਾਂ ਹੋਈਆਂ ਬਾਬਾ ਜੀ ਦੀ ਅਗਵਾਈ ਦੇ ਵਿੱਚ, ਉਹਨਾਂ ਨੂੰ ਭਰਵਾਂ ਸੰਯੋਗ ਕਰ ਰਹੇ ਆ ਬਾਬਾ ਅਮਰੀਕ ਸਿੰਘ ਜੀ ਅਜਨਾਲਾ, ਜੋ ਸਿੰਘ ਸਾਹਿਬ ਨੇ ਕੇਸਗੜ੍ਹ ਸਾਹਿਬ ਦੇ, ਇਸੇ ਤਰ੍ਹਾਂ ਹੀ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਜੋ ਜਹੇਦਾਰ ਸਾਹਿਬ ਨੇ ਤਖਤ ਦਮਦਮਾ ਸਾਹਿਬ ਦੇ, ਉਹ ਬਾਬਾ ਜੀ ਦੇ ਨਾਲ ਭਰਵਾਂ ਸੰਯੋਗ ਕਰ ਰਹੇ ਆ। ਇਸੇ ਤਰ੍ਹਾਂ ਹੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੇ ਹੋਰ ਬੜੇ ਸਤਿਕਾਰਯੋਗ ਸੰਤ ਮਹਾਂਪੁਰਖ ਜਿਹੜੇ ਆ, ਇਸ ਜ਼ਿਲ੍ਹੇ ਵਾਈਜ਼ ਵੀ ਮੀਟਿੰਗਾਂ ਹੋਈਆਂ ਨੇ, ਕੌਮੀ ਲੈਵਲ 'ਤੇ ਵੀ ਮੀਟਿੰਗਾਂ ਹੋਈਆਂ ਨੇ, ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਵੀ ਸਾਡੀਆਂ ਜਿਹੜੀਆਂ ਨੇ ਮੀਟਿੰਗਾਂ ਹੋਈਆਂ ਨੇ। ਧਿਆਨ ਸਿੰਘ ਮੰਡ ਆ ਰਹੇ ਇਹਦੇ ਵਿੱਚ? ਵੇਖੋ, ਇੱਕ ਗੱਲ ਮੈਂ ਬੜੀ ਸਪਸ਼ਟ ਸਿੱਖ ਸੰਗਤਾਂ ਨੂੰ ਦੇਸ਼ ਵਿਦੇਸ਼ 'ਚ ਕਰਨੀ ਚਾਹੁੰਦਾ ਕਿ ਅਸੀਂ ਜੋ ਲੋਕ ਪਿਛਲੇ ਸਮੇਂ ਕਾਂਗਰਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਇਹਨਾਂ ਦਾ ਕਾਫੀ ਵਿਵਾਦਵਾਦ ਚੱਲ ਰਿਹਾ ਵਾ ਕਿ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਜਿਹੜਾ ਵਾ ਇਕੱਠੇ ਮਨਾਈਏ। ਕਦੇ ਇਹ ਖਬਰ ਆ ਜਾਂਦੀ ਆ ਕਿ ਇਹ ਮਤਭੇਦ ਹੋ ਗਏ ਆ, ਇਹ ਅੱਡੋ ਅੱਡ ਮਨਾ ਰਹੇ ਆ, ਪਿੱਛੇ ਆਈ ਵੀ ਇਹ ਫੇਰ ਇੱਕ ਸਟੇਜ ਤੇ ਇਕੱਠੇ ਹੋ ਰਹੇ ਆ। ਸੋ ਵੇਖੋ ਗਿੱਲ ਸਾਹਿਬ, ਪਿਛਲੇ ਸਮੇਂ ਜੋ ਬਰਗਾੜੀ ਮੋਰਚਾ ਲੱਗਾ ਸੀ, ਸਿੱਖ ਕੌਮ ਨੇ ਲਾਇਆ ਸੀ, ਉਹ ਲਾਇਆ ਸੀ ਜਿਨ੍ਹਾਂ ਲੋਕਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ। ਬਾਈਬਲ ਕਲਾਂ ਕੋਟਕਪੂਰੇ 2 ਸਿੰਘ ਜਿਨ੍ਹਾਂ ਲੋਕਾਂ ਨੇ ਸ਼ਹੀਦ ਕੀਤੇ, ਜਿਹੜੇ ਉਹ ਦੋਸ਼ੀ ਜਿਹੜੇ ਜ਼ਿੰਮੇਵਾਰ ਨੇ ਬੇਅਦਬੀ ਤੇ ਸਿੱਖ ਨੌਜਵਾਨਾਂ ਦੇ ਕਾਤਲ ਨੇ, ਉਹਨਾਂ ਨੂੰ ਸਜ਼ਾਵਾਂ ਲਵਾਉਣ ਲਈ ਬਰਗਾੜੀ ਮੋਰਚਾ ਲੱਗਾ ਸੀ। ਪਰ ਬਰਗਾੜੀ ਦੀ ਜਿਹੜੀ ਆ ਨਲਾਇਕ ਲੀਡਰਸ਼ਿਪ ਕਹਿ ਦਾਂ, ਗਦਾਰ ਲੀਡਰਸ਼ਿਪ ਕਹਿ ਦਾਂ, ਕਰਤਘਣ ਲੀਡਰਸ਼ਿਪ ਕਹਿ ਦਾਂ, ਵਿਕਾਊ ਲੀਡਰਸ਼ਿਪ ਕਹਿ ਦਾਂ, ਉਹ ਦਬਾਅ ਹੇਠ ਆ ਗਈ, ਵਿਕ ਗਈ, ਲਿਖ ਗਈ। ਗੱਲ ਇੱਕ ਹੀ ਆ, ਉਹ ਕੌਮ ਨਾਲ ਗਦਾਰੀ ਕਰ ਗਈ ਤੇ ਉਸ ਮੋਰਚੇ ਨੂੰ ਜਿਹੜਾ ਵਾ ਅੱਧ ਵਾਟੇ ਜਿਹੜਾ ਵਾ ਛੱਡ ਗਏ। ਅੱਜ ਵੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਤੇ ਸਿੱਖ ਨੌਜਵਾਨਾਂ ਦੇ ਦੋਸ਼ੀ ਆ, ਉਹ ਫੜੇ ਨਹੀਂ ਗਏ। ਤੇ ਇੱਕ ਗੱਲ ਆ ਵੀ ਜਿਹੜੇ ਦੋਸ਼ੀ ਆ ਉਹ ਵੀ ਸਾਰੀ ਕੌਮ ਨੂੰ ਪਤਾ ਵਾ। ਜਿਨ੍ਹਾਂ ਫੜਨੇ ਆ ਪੰਜਾਬ ਸਰਕਾਰ ਨੇ, ਜਿਨ੍ਹਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ ਸੀ ਵੀ ਅਸੀਂ ਦੋਸ਼ੀ ਵੀ ਫੜਾਂਗੇ, ਨਸ਼ੇ ਵੀ ਖਤਮ ਕਰਾਂਗੇ, ਹੁਣ ਉਹੋ ਹੀ ਲੋਕ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਤੇ ਜਿਨ੍ਹਾਂ ਫੜਨੇ ਸੀ ਤੇ ਜਿਨ੍ਹਾਂ ਨੂੰ ਫੜਨਾ ਸੀ, ਸਾਰੇ ਇੱਕ ਸਟੇਜ ਤੇ ਇਕੱਠੇ ਹੋ ਰਹੇ ਆ। ਮਤਲਬ ਮੈਂ ਜਿਹੜਾ ਸਵਾਲ ਤੁਹਾਨੂੰ ਪੁੱਛਿਆ ਸੀਗਾ ਧਿਆਨ ਸਿੰਘ ਮੰਡ ਵਾਲਾ, ਮਤਲਬ ਧਿਆਨ ਸਿੰਘ ਮੰਡ ਜਿਹੜੇ ਆ ਉਹ ਨਹੀਂ ਇਹਦੇ ਵਿੱਚ ਆਉਣਗੇ, ਕਿਉਂਕਿ ਉਹਨਾਂ ਦੇ ਉੱਤੇ ਫਿਲਹਾਲ ਜਿਹੜਾ ਆ ਉਹ ਜਿਹੜੇ ਤਰੀਕੇ ਨਾਲ ਬਰਗਾੜੀ ਮੋਰਚਾ ਸਮਾਪਤ ਹੋਇਆ ਸੀ, ਉਸ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਅਜੇ ਵੀ ਕਾਇਮ ਹੈਗੇ ਆ। ਇਕੱਲੇ ਮੰਡ ਨੇ ਨਹੀਂ, ਸਰਦਾਰ ਸਿਮਰਜੀਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੂ ਨੇ, ਅਸਲ ਸਾਰੀ ਗੱਲ ਜਿਹੜੀ ਆ ਕੈਪਟਨ ਸਾਹਿਬ ਸਿਮਰਜੀਤ ਸਿੰਘ ਮਾਨ ਤੇ ਮੰਡ ਦੋਨਾਂ ਨੇ, ਤੇ ਬਾਕੀ ਜਿਹੜੀ ਇਹਨਾਂ ਦੀ ਇੱਕ ਟੀਮ ਸੀ, ਇਹ ਹੀ ਸਾਰੀ ਜਿਹੜੀ ਆ ਕੈਪਟਨ ਅੱਗੇ, ਸੈਂਟਰ ਅੱਗੇ, ਇਹ ਜਿਹੜੀ ਆ ਝੋਗੀ ਵਿਕ ਗਈ। ਤੇ ਇਹਨਾਂ ਲੋਕਾਂ ਨੂੰ ਅਸੀਂ ਸੱਦਾ ਪੱਤਰ ਜਿਹੜਾ ਵਾ ਭੇਜ ਨਹੀਂ ਰਹੇ। ਜਿਹੜੇ ਬਰਗਾੜੀ ਮੋਰਚੇ ਦੇ ਗਦਾਰ ਨੇ ਉਹਨਾਂ ਨੂੰ ਅਸੀਂ ਸੱਦਾ ਪੱਤਰ ਜਿਹੜਾ ਵਾ ਨਹੀਂ ਭੇਜ ਰਹੇ। ਇਹ ਗੱਲ ਬਿਲਕੁਲ ਜਿਹੜੀ ਆ ਸਪਸ਼ਟ ਆ, ਭਾਵੇਂ ਉਹਦੇ 'ਚ ਮੰਡ ਆ ਤੇ ਭਾਵੇਂ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਆ, ਉਹਨਾਂ ਲੋਕਾਂ ਨੂੰ। ਬਾਕੀ ਜਿਹੜੇ ਲੋਕ ਕਾਂਗਰਸ ਵਿਰੋਧੀ ਨੇ, ਬਾਦਲ ਵਿਰੋਧੀ ਨੇ, ਉਹ ਸਾਰੇ ਲੋਕਾਂ ਨੂੰ ਹੀ ਅਸੀਂ ਸੱਦਾ ਪੱਤਰ ਜਿਹੜਾ ਵਾ ਭੇਜਿਆ। ਤੇ ਸਾਨੂੰ ਆਸ ਆ ਸੰਤਾਂ ਮਹਾਂਪੁਰਖਾਂ ਦੇ ਨਾਲ ਉਹ ਸਾਰੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਸ਼ਖਸੀਅਤਾਂ ਕੱਲ੍ਹ ਜਿਹੜੀ ਆ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਸਾਰਾ ਜਿਹੜਾ ਵਾ ਪ੍ਰੋਗਰਾਮ ਆ। ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੀ ਛਤਰ ਛਾਇਆ ਹੇਠ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ। ਉਸ ਤੋਂ ਬਾਅਦ ਪੰਥਕ ਵਿਚਾਰਾਂ ਹੋਣਗੀਆਂ ਤੇ 12:30 ਵਜੇ ਦੇ ਕਰੀਬ ਦਾਣਾ ਮੰਡੀ ਤੋਂ ਕਾਫਲੇ ਦੀ ਸ਼ਕਲ ਦੇ ਵਿੱਚ ਸਰਹੱਦ ਵੱਲ ਨੂੰ ਜਿਹੜਾ ਵਾ ਕੂਚ ਕੀਤਾ ਜਾਊਗਾ, ਜਿੱਥੇ ਪ੍ਰਸ਼ਾਸਨ ਰੋਕ ਲਊਗਾ, ਕਿਉਂਕਿ ਸੈਂਸਿਟਿਵ ਮਸਲਾ ਵਾ। ਆਪਾਂ ਵੀ ਇਹ ਜ਼ਿੰਮੇਵਾਰੀ ਦਾ ਸਾਨੂੰ ਅਹਿਸਾਸ ਆ। ਜੇ ਤਾਂ ਸਾਨੂੰ ਸਰਹੱਦ 'ਤੇ ਜਾਣਤਾ ਤੇ ਸਰਹੱਦ 'ਤੇ ਜਾ ਕੇ ਅਰਦਾਸ ਕਰਾਂਗੇ। ਜੇ ਪ੍ਰਸ਼ਾਸਨ ਨੇ ਸਾਨੂੰ ਉਰੇ ਰੋਕਤਾ ਤੇ ਆਪਾਂ ਜਿੱਥੇ ਰੋਕਤਾ ਉੱਥੇ ਹੀ ਨਿਰਵਿਘਨਤਾ ਸਹਿਤ ਇਹ ਲਾਂਘਾ ਖੁੱਲ੍ਹ ਜਾਵੇ। ਇਸ ਦੀ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਦੇ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਉੱਥੇ ਜਿਹੜੀਆਂ ਨੇ ਅਰਦਾਸ ਕਰਨਗੀਆਂ ਕੱਲ੍ਹ 24 ਸਤੰਬਰ ਨੂੰ। ਜੀ ਭੁਮਾ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਅਰਦਾਸ ਕੀਤੀ ਜਾਊਗੀ, ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਸੁਲਤਾਨਪੁਰ ਲੋਧੀ ਵਿਖੇ ਜਿਹੜੇ ਸਮਾਗਮ ਚੱਲਣੇ ਆ ਉੱਥੇ ਫਿਰ ਆਪਣੀ ਵੱਖਰੀ ਸਟੇਜ ਜਿਹੜੀ ਆ ਉਹ ਲਗਾਈ ਜਾਏਗੀ। ਇਹਨਾਂ ਜਥੇਬੰਦੀਆਂ ਵੱਲੋਂ ਕਿਹੜੇ ਤਰੀਕੇ ਨਾਲ ਜਿਹੜਾ ਆ ਉੱਥੇ ਪ੍ਰੋਗਰਾਮ ਲਿਖਿਆ ਜਾਏਗਾ, ਜਾਂ ਫਿਰ ਤੁਸੀਂ ਵੱਖਰਾ ਪ੍ਰੋਗਰਾਮ ਡੇਰਾ ਬਾਬਾ ਨਾਨਕ ਵਿਖੇ ਮਨਾਓਗੇ ਆਪਣਾ? ਗਿੱਲ ਸਾਹਿਬ, ਹਾਲੇ ਮੈਨੂੰ ਇਸ ਗੱਲ ਦਾ ਅਧਿਕਾਰ ਨਹੀਂ ਹੈਗਾ ਕਿ ਮੈਂ ਅਗਲੀ ਪ੍ਰੋਗਰਾਮਾਂ ਦੀ ਕੋਈ ਜਾਣਕਾਰੀ ਦੇ ਦੇਵਾਂ। ਇਹ ਤੇ ਬਾਬਾ ਸਰਬਜੋਤ ਸਿੰਘ ਬੇਦੀ ਕੱਲ੍ਹ ਨੂੰ ਨਵੇਂ ਪ੍ਰੋਗਰਾਮਾਂ ਦਾ, ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ। ਪਰ ਇੱਕ ਗੱਲ ਸਪਸ਼ਟ ਆ ਕਿ ਜਿਹੜੀਆਂ ਧਿਰਾਂ, ਭਾਵੇਂ ਸੰਤ ਮਹਾਂਪੁਰਖ ਨੇ, ਭਾਵੇਂ ਉਹ ਸਮਾਜਿਕ ਤੌਰ 'ਤੇ ਸ਼ਖਸੀਅਤਾਂ ਨੇ, ਤੇ ਭਾਵੇਂ ਜਿਹੜੀਆਂ ਰਾਜਨੀਤਿਕ ਸ਼ਖਸੀਅਤਾਂ ਨੇ, ਜਿਹੜੀਆਂ ਬਾਦਲ ਵਿਰੋਧੀ ਨੇ, ਜਿਹੜੀਆਂ ਕਾਂਗਰਸ ਵਿਰੋਧੀ ਨੇ, ਇਹਨਾਂ ਨਾਲ ਜਿਹੜੇ ਲੋਕ ਉੱਥੇ ਸਟੇਜ ਨਹੀਂ ਸੁਲਤਾਨਪੁਰ ਲਾਂਘੀ ਸਾਂਝੇ ਕਰ ਸਕਦੇ, ਅਸੀਂ ਇਹਨਾਂ ਸਾਰੀਆਂ ਧਿਰਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ 8 ਤਰੀਕ ਨੂੰ, 8 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ
ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਹੀ ਜਿਹੜੇ ਆ ਧਾਰਮਿਕ ਜਿਹੜੇ ਆ ਪ੍ਰੋਗਰਾਮ ਜਿਹੜੇ ਆ ਆਯੋਜਿਤ ਕੀਤੇ ਜਾਣ ਤੇ ਜਿੱਥੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਹਸਤੀਆਂ ਨੂੰ ਇੱਕ ਮੰਚ ਤੇ ਜਿਹੜਾ ਵਾ ਇਕੱਠਿਆ ਕੀਤਾ ਜਾਵੇ। ਪਰ ਇਹ ਪ੍ਰੋਗਰਾਮ ਸਾਰੇ ਨਿਰੋਲ ਜਿਹੜੇ ਆ ਧਾਰਮਿਕ ਹੋਣਗੇ। ਇਹ ਸਾਰੀ ਜਿਹੜੀ ਆ ਇਹਦੀ ਰੂਪ ਰੇਖਾ ਦਾ ਕੱਲ੍ਹ ਜਿਹੜਾ ਐਲਾਨ ਬਾਬਾ ਸਰਬਜੋਤ ਸਿੰਘ ਜੀ ਬੇਦੀ ਕਰਨਗੇ। ਸੋ ਜਿਸ ਤਰ੍ਹਾਂ ਅਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਿਹਾ ਆ ਕਿ ਇਕੱਠੇ ਮਨਾਇਆ ਜਾਵੇ, ਸਾਰਾ ਇਹ ਇਕੱਠੇ ਪ੍ਰੋਗਰਾਮ ਕੀਤਾ ਜਾਵੇ, ਕੀ ਵਾਕਿਆ ਹੀ ਉਹਨਾਂ ਦੀ ਗੱਲ ਵੀ ਜਿਹੜੀ ਉਹ ਦਰੁਸਤ ਆ ਜਾਂ ਫਿਰ ਤੁਸੀਂ ਉਸ ਚੀਜ਼ ਨੂੰ ਲੈ ਕੇ ਚੱਲ ਰਹੇ ਕਿ ਬੇਅਦਬੀ ਜਿਨ੍ਹਾਂ ਨੇ ਕੀਤੀ ਜਾਂ ਜਿਨ੍ਹਾਂ ਨੇ ਫੜਨਾ ਸੀਗਾ, ਜਿਹੜੇ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਕੱਠਾ ਜਿਹੜਾ ਆ ਉਹ ਨਹੀਂ ਮਨਾ ਸਕਦੇ ਅਸੀਂ ਉਹਨਾਂ ਨਾਲ? ਗਿੱਲ ਸਾਹਿਬ, ਗੱਲ ਬੜੀ ਸਪਸ਼ਟ ਆ ਕਿ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਨੇ ਫੜਨਾ ਸੀ, ਜਿਨ੍ਹਾਂ ਅਸੀਂ ਲੋਕਾਂ ਨੇ ਫੜਾਉਣਾ ਸੀ, ਜੇ ਇਹ ਤਿੰਨੇ ਲੋਕ ਇੱਕ ਸਟੇਜ 'ਤੇ ਇਕੱਠੇ ਹੋ ਗਏ ਫਿਰ ਬੇਅਦਬੀ ਕਰਨ ਵਾਲੇ ਤੇ ਸਾਡੇ 'ਚ ਕੀ ਫਰਕ ਆ? ਫਿਰ ਅਸੀਂ ਵੀ ਬੇਅਦਬੀ ਦੇ ਦੋਸ਼ੀ ਭਾਗੀ ਬਣ ਗਏ। ਇਸ ਕਰਕੇ ਅਸੀਂ ਇਹਨਾਂ ਨਾਲੋਂ ਨਵੇਕਲਾ ਦੋਸ਼ੀ ਜਿਹੜੇ ਹੈਗੇ ਨੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਸਾਰਾ ਸਿੱਖ ਜਗਤ ਜਾਣਦਾ, ਉਹਨਾਂ ਨਾਲ ਅਸੀਂ ਸਟੇਜ ਸਾਂਝੀ ਨਾ ਕਰਨ ਕਰਕੇ ਅਸੀਂ ਡੇਰਾ ਬਾਬਾ ਨਾਨਕ ਸਾਹਿਬ ਹੀ ਜਿਹੜਾ ਵਾ ਪ੍ਰੋਗਰਾਮ ਸਾਰੇ ਲੀਕ ਰਹੇ ਹਾਂ। ਮੈਂ ਹੋਰ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਦੱਸ ਦੇਵਾਂ, ਮੈਂ ਇੱਕ ਵੱਖਰੀ ਸਟੇਜ ਨਹੀਂ ਲਾ ਰਹੇ, ਤੁਸੀਂ ਡੇਰਾ ਬਾਬਾ ਨਾਨਕ ਅਸੀਂ ਇਹ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਦੇ ਵਿੱਚ ਧਾਰਮਿਕ ਪ੍ਰੋਗਰਾਮ 8 ਤਰੀਕ ਤੋਂ ਲੈ ਕੇ 12 ਨਵੰਬਰ ਤੱਕ ਉੱਥੇ ਪ੍ਰੋਗਰਾਮ ਜਿਹੜੇ ਆ ਲਿਖੇ ਆ। ਇਹ ਸਾਰੇ ਪ੍ਰੋਗਰਾਮ ਧਾਰਮਿਕ ਤੌਰ ਤੇ ਜਿਹੜੇ ਆ ਡੇਰਾ ਬਾਬਾ ਨਾਨਕ ਵਿਖੇ ਹੀ ਆਯੋਜਿਤ ਹੋਣਗੇ, ਉੱਥੇ ਹੀ ਮਨਾਏ ਜਾਣਗੇ। ਇੱਕ ਹੋਰ ਗੱਲ ਮੈਂ ਦੱਸ ਦੇਵਾਂ, 8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨੂੰ ਹਰੀ ਝੰਡੀ ਦੇਣ ਲਈ ਜਿਹੜਾ ਵਾ ਡੇਰਾ ਬਾਬਾ ਨਾਨਕ ਆ ਰਿਹਾ। ਉਸ ਦਿਨ ਦਾ ਪ੍ਰੋਗਰਾਮ ਜਿਹੜਾ ਵਾ ਪੰਜਾਬ ਸਰਕਾਰ ਦਾ ਵਾ, ਉਸ ਦਿਨ ਸਮੁੱਚੀ ਪੰਜਾਬ ਸਰਕਾਰ ਵੀ ਉੱਥੇ ਹਾਜ਼ਰ ਹੋਣੀ ਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹਾਜ਼ਰ ਹੋਣਾ ਵਾ। ਉਸ ਤੋਂ ਬਾਅਦ 8 ਪ੍ਰਧਾਨ ਮੰਤਰੀ ਦੇ ਜਾਣ ਤੋਂ ਬਾਅਦ ਸਾਰੇ ਪ੍ਰੋਗਰਾਮ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਦੇ ਵਿੱਚ ਸੰਤ ਸਮਾਜ ਵੱਲੋਂ, ਮਹਾਂਪੁਰਖਾਂ ਵੱਲੋਂ ਇਕੱਠੇ ਹੋ ਕੇ 12 ਤਰੀਕ ਤੱਕ, 12 ਨਵੰਬਰ ਤੱਕ ਲਗਾਤਾਰ ਜਿਹੜਾ ਵਾ ਉੱਥੇ ਕਥਾ ਕੀਰਤਨ ਦਰਬਾਰ, ਪੰਥਕ ਵਿਚਾਰਾਂ, ਜੋ ਵੀ ਉੱਥੇ ਗੁਰਬਾਣੀ ਮੁਕਾਬਲੇ, ਸੰਥਿਆ ਸੁੱਧ ਪਾਠ ਦੀ ਜਿਹੜੇ ਆ ਸੰਥਿਆ ਜਿਹਨਾਂ ਕੀਤੀ ਆ ਉਹਨਾਂ ਦੇ ਕੰਪੀਟੀਸ਼ਨ, ਇਸ ਤਰ੍ਹਾਂ ਦੇ ਕਈ ਅਸੀਂ ਜਿਹੜਾ ਵਾ ਉਹ ਕਈ ਵੱਖ-ਵੱਖ ਯੂਨੀਵਰਸਿਟੀਆਂ 'ਚ ਅਸੀਂ ਸੈਮੀਨਾਰਾਂ ਦੇ ਪ੍ਰੋਗਰਾਮ ਜਿਹੜੇ ਆ ਲੀਕ ਬੈਠੇ ਆ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਸਾਰੇ ਜਿਹੜੇ ਆ 8 ਤੋਂ ਲੈ ਕੇ ਤੇ 12 ਨਵੰਬਰ ਤੱਕ ਡੇਰਾ ਬਾਬਾ ਨਾਨਕ ਸਾਹਿਬ ਹੀ ਧਾਰਮਿਕ ਤੌਰ 'ਤੇ ਮਨਾਏ ਜਾਣਗੇ। ਪਰ ਇਹਨਾਂ ਦਾ ਐਲਾਨ ਬਾਬਾ ਸਰਬਜੋਤ ਸਿੰਘ ਬੇਦੀ ਜੀ ਹੀ ਕਰਨਗੇ ਕਿ ਉਹ ਕਿਵੇਂ ਮਨਾਏ ਜਾਣਗੇ। ਮਤਲਬ ਤੁਸੀਂ ਇੱਕ ਆਪਣਾ ਵੱਖਰਾ ਪ੍ਰੋਗਰਾਮਾਂ ਦੀ ਜਿਹੜੀ ਇੱਕ ਲਿਸਟ ਆ ਉਹ ਤਿਆਰ ਕਰ ਲਈ ਆ ਕਿ ਤੁਸੀਂ ਆਪਣੇ ਵੱਖਰੇ ਹੀ ਪ੍ਰੋਗਰਾਮ ਕਰਨੇ, ਪਰ ਸੁਲਤਾਨਪੁਰ ਲੋਧੀ ਦੀ ਜਗ੍ਹਾ ਡੇਰਾ ਬਾਬਾ ਨਾਨਕ ਵਿਖੇ ਜਿਹੜਾ ਉਹ ਕੀਤਾ ਜਾਣਾ ਵਾ। ਸੋ ਕੁਝ ਬੁੱਧੀਜੀਵੀ ਜਿਹੜੇ ਆ ਉਹ ਇਹ ਵੀ ਕਹਿ ਰਹੇ ਆ ਕਿ ਜਦੋਂ 500 ਸਾਲਾ ਮਨਾਇਆ ਗਿਆ ਸੀਗਾ ਤਾਂ ਉਹ ਅੰਮ੍ਰਿਤਸਰ ਦੇ ਵਿੱਚ ਮਨਾਇਆ ਗਿਆ ਸੀ, ਸਿੱਖਾਂ ਦਾ ਕੇਂਦਰੀ ਸਥਾਨ ਹੈ ਅੰਮ੍ਰਿਤਸਰ, ਤੇ 550 ਸਾਲਾ ਸੁਲਤਾਨਪੁਰ ਲੋਧੀ ਵਿਖੇ ਕਿਉਂ ਮਨਾਇਆ ਜਾ ਰਿਹਾ? ਉਹ ਵੀ ਅੰਮ੍ਰਿਤਸਰ ਦੇ ਵਿੱਚ ਮੰਜੀ ਸਾਹਿਬ ਵਿਖੇ ਜਾਂ ਹੋਰ ਕਿਤੇ ਵੱਡੀ ਜਿਹੜੀ ਆ ਉਹ ਸਟੇਜ ਲਾ ਕੇ ਕੀਤਾ ਜਾ ਸਕਦਾ ਸੀਗਾ, ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿਖੇ ਇੱਕ ਟੈਂਟ ਸਿਟੀ ਵੀ ਬਣਾਈ ਜਾ ਰਹੀ ਆ। ਜੇਕਰ ਉਹ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਬਣਦੀ ਤਾਂ ਆਉਣ ਵਾਲੇ ਜਿਹੜੇ ਸ਼ਰਧਾਲੂ ਸੀਗੇ ਬਾਅਦ ਦੇ ਵਿੱਚ ਵੀ, ਕਿਉਂਕਿ ਇੱਥੇ ਲਗਾਤਾਰ ਸੰਗਤ ਆਉਂਦੀ ਰਹਿੰਦੀ ਆ ਰੋਜ਼ਾਨਾ ਹੀ, ਬਾਹਰੋਂ ਵਿਦੇਸ਼ਾਂ ਤੋਂ ਵੀ ਆਉਂਦੀ ਆ, ਭਾਰਤ ਦੇ ਵੀ ਵੱਖ-ਵੱਖ ਹਿੱਸਿਆਂ ਤੋਂ ਆਉਂਦੀ ਆ, ਤੇ ਉਹ ਇੱਥੇ ਜੇ ਬਣਿਆ ਹੁੰਦਾ ਟੈਂਟ ਸਿਟੀ ਤਾਂ ਇੱਥੇ ਰਹਿਣ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਿਲ ਜਿਹੜੀ ਉਹ ਬਾਅਦ ਦੇ ਵਿੱਚ ਵੀ ਨਹੀਂ ਆਉਂਦੀ, ਉਹਨੂੰ ਬਾਅਦ 'ਚ ਵੀ ਵਰਤਿਆ ਜਾ ਸਕਦਾ ਸੀ। ਪਰ ਉੱਥੇ ਇੱਕਦਮ ਖਰਚਾ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਸਾਰੇ ਨੂੰ ਫਿਰ ਜਿਹੜਾ ਸਮੇਟਣਾ ਪੈਣਾ ਆ। ਗਿੱਲ ਸਾਹਿਬ, ਮੈਂ ਇਹਨਾਂ ਮਤਭੇਦਾਂ 'ਚ ਨਹੀਂ ਪੈਣਾ ਚਾਹੁੰਦਾ ਕਿ ਕੌਣ ਕਿੱਥੇ ਮਨਾ ਰਿਹਾ। ਮੈਂ ਇੱਕ ਗੱਲ ਜਿਹੜੀ ਆ ਮੈਨੂੰ ਸਪਸ਼ਟ ਆ ਤੇ ਸਪਸ਼ਟ ਵੀ ਕਰਨੀ ਚਾਹੁੰਦਾ ਕਿ ਸ਼ਰਧਾ ਨਾਲ ਤੇ ਸਿਧਾਂਤਾਂ ਨਾਲ ਕੌਣ ਤੇ ਕਿੱਥੇ ਮਨਾ ਰਿਹਾ। ਜਿਹੜੇ ਲੋਕ ਸੁਲਤਾਨਪੁਰ ਲੋਧੀ ਨਹੀਂ ਆ ਸਕਦੇ, ਡੇਰਾ ਬਾਬਾ ਨਾਨਕ ਸਾਹਿਬ ਨਹੀਂ ਆ ਸਕਦੇ, ਦੇਸ਼ ਵਿਦੇਸ਼ ਦੇ ਸਾਡੇ ਸਿੱਖ ਆ, ਕਿ ਉਹਨਾਂ ਨੇ ਜਿਹੜਾ ਵਾ 550 ਸਾਲਾ ਗੁਰਪੁਰਬ ਨਹੀਂ ਮਨਾਉਣਾ ਵਾ। ਉਹਨਾਂ ਸਾਡੇ ਨਾਲੋਂ ਸਰਦਾ ਨਾਲ ਵੱਧ ਮਨਾਉਣਾ ਵਾ, ਉਹਨਾਂ ਸਿਧਾਂਤਕ ਤੌਰ 'ਤੇ ਵੀ ਸਾਡੇ ਨਾਲੋਂ ਵੱਧ ਮਨਾਉਣਾ। ਜਿੱਥੇ ਵੀ ਕੋਈ ਮਨਾ ਰਿਹਾ ਵਾ, ਇਹ ਜਿਹੜੀ ਆ ਸ਼ਲਾਘਾਯੋਗ ਆ, ਵਧੀਆ ਗੱਲ ਆ, ਮਨਾਉਣੇ ਚਾਹੀਦੇ ਆ, ਥਾਂ ਦੇਸ਼ ਵਿਦੇਸ਼ 'ਚ ਮਨਾਉਣੇ ਚਾਹੀਦੇ ਆ, ਵੱਖ-ਵੱਖ ਸਟੇਟਾਂ 'ਚ ਮਨਾਉਣੇ ਚਾਹੀਦੇ ਆ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਮਨਾਉਣੇ ਚਾਹੀਦੇ ਆ। ਪਰ ਆਪਾਂ ਨੂੰ ਸਿਧਾਂਤਕ ਤੌਰ 'ਤੇ ਗੁਰੂ ਨਾਨਕ ਸਾਹਿਬ ਨੂੰ ਸੱਚੇ ਮਨੋਂ ਸਮਰਪਿਤ ਹੋ ਕੇ ਜਿਹੜਾ ਵਾ ਇਹ ਜਿਹੜੇ ਆ ਗੁਰਪੁਰਬ ਜਿਹੜਾ ਵਾ ਮਨਾਉਣੇ ਚਾਹੀਦੇ ਆ। ਸਭ ਤੋਂ ਵੱਡੀ ਗੱਲ, ਜਿੱਥੇ ਵੀ ਕੋਈ ਗੁਰਪੁਰਬ ਮਨਾਵੇ, ਭਾਵੇਂ ਅਸੀਂ ਮਨਾਈਏ ਭਾਵੇਂ ਸਾਡੇ ਵਿਰੋਧੀ ਮਨਾਉਣ, ਪਰ ਇੱਕ ਗੱਲ ਇਹ ਆ ਵੀ
4 ਸਾਲ ਲਗਾਤਾਰ ਹੋ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦਿਆਂ ਨੂੰ। 1 ਜੂਨ ਤੋਂ ਗੱਲ ਚੱਲੀ ਸੀ ਬੁਰਜ ਜਵਾਹਰ ਸਿੰਘ ਵਾਲਾ ਤੋਂ, ਅੱਜ 4 ਸਾਲ ਤੇ ਕੁਝ ਮਹੀਨੇ ਉੱਪਰ ਹੋ ਗਏ ਆ। ਉਹ ਬੇਅਦਬੀ ਕਿਤੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਉਸ ਵਾਸਤੇ ਪਿੱਛੇ ਆ ਗੁਰਦਾਸਪੁਰ 2 ਘਟਨਾਵਾਂ ਹੋਈਆਂ, ਦਿਨੇ ਵਾਪਰੀਆਂ ਨੇ। ਮੈਨੂੰ ਦੱਸ ਰਹੇ ਸੀ ਬਾਬਾ ਅਮਰੀਕ ਸਿੰਘ ਜੀ ਅਜਨਾਲਾ ਦਮਦਮੀ ਟਕਸਾਲ ਵਾਲੇ ਕਿ ਅਸੀਂ ਉੱਥੇ ਗਏ ਆ, ਸਾਰੇ ਪਿੰਡ ਨੂੰ ਇਕੱਠਾ ਕੀਤਾ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕੱਠਿਆ ਕੀਤਾ ਸੀ ਆ ਵੀ ਤੁਹਾਨੂੰ ਕਿਸੇ ਨੂੰ ਪਤਾ? ਸਾਰਾ ਪਿੰਡ ਕਹਿੰਦਾ ਵੀ ਸਾਨੂੰ ਕਿਸੇ ਨੂੰ ਵੀ ਕੋਈ ਨਹੀਂ ਪਤਾ ਵੀ ਕਿਸੇ ਵੇਲੇ ਜਿਹੜਾ ਵਾ ਗੁਰੂ ਸਾਹਿਬ ਦੇ ਜਿਹੜਾ ਵਾ ਸਰੂਪ ਅਗਨ ਭੇਟ ਹੋ ਗਏ ਆ। ਤੇ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸੰਗਤਾਂ ਦੀ ਜਿਹੜੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਸੀਂ ਇੱਕ ਗੱਲ ਸਮੁੱਚੀ ਕੌਮ ਨੂੰ ਤੇ ਸਮੁੱਚੀ ਕੌਮ ਦੇ ਆਗੂਆਂ ਨੂੰ, ਖਾਸ ਕਰਕੇ ਧਾਰਮਿਕ ਆਗੂਆਂ ਨੂੰ ਇਹ ਕਹਿਣੀ ਚਾਹੁੰਦੇ ਆ ਕਿ ਜਿੱਥੇ ਵੀ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ ਆ, ਉੱਥੋਂ ਉਸ ਪਿੰਡ ਦਾ ਸਰਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਉੱਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡ ਗ੍ਰੰਥੀ, ਮੁੱਖ ਸੇਵਾਦਾਰ ਆ ਜਿਹੜਾ, ਇਹ ਤਿੰਨੇ ਹੀ ਜਿਹੜੇ ਆ ਦੋਸ਼ੀ ਮੰਨੇ ਜਾਣ, ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ। ਇਹਨਾਂ ਤਿੰਨਾਂ ਤੇ ਹੀ ਪਰਚੇ ਜਿਹੜੇ ਆ ਦਰਜ ਜਿਹੜੇ ਆ ਹੋਣੇ ਚਾਹੀਦੇ ਆ, ਕਿਉਂਕਿ ਬਾਹਰੋਂ ਵੇਖੋ ਗ੍ਰੰਥੀ ਸਿੰਘ ਜੇ ਵੇਸਲਾ, ਪ੍ਰਧਾਨ ਵੇਸਲਾ, ਸਰਪੰਚ ਵੇਸਲਾ, ਤੇ ਇਹ ਗੱਲ ਕਿੱਦਾਂ ਕੋਈ ਬਾਹਰੋਂ ਆਣ ਕੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਬੇਅਦਬੀ, ਜਿੰਨੀ ਦੇਰ ਅਸੀਂ ਤਿੰਨਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਕਰਦੇ। ਭਾਵੇਂ ਇਸ ਗੱਲ ਲਈ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਪਿੱਛੇ ਇੱਕ ਕਾਨੂੰਨ ਬਣਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਉਂਦਾ ਜਾਗਦਾ ਜਿਹੜਾ ਵਾ ਸਰੂਪ ਮੰਨਿਆ ਗਿਆ ਵੀ ਜਿਹੜਾ ਇਹਨਾਂ ਦੀ ਬੇਅਦਬੀ ਜਿਹੜਾ ਵਾ ਕਰੂਗਾ ਉਹਨਾਂ ਤੇ ਜਿਹੜਾ ਵਾ ਕਾਨੂੰਨੀ ਤੌਰ ਤੇ ਕਾਰਵਾਈ, ਉਹਨਾਂ ਤੇ ਪਰਚੇ ਦਰਜ ਹੋਣਗੇ। ਤੇ ਮੈਂ ਇੱਕ ਇਹ ਬੇਨਤੀ ਪੰਜਾਬ ਸਰਕਾਰ ਨੂੰ ਵੀ ਕਰਦਾ ਤੇ ਕੇਂਦਰ ਸਰਕਾਰ ਨੂੰ ਵੀ ਕਰਦਾ ਕਿ ਕਾਨੂੰਨ ਜਿਹੜਾ ਵਾ ਭਾਵੇਂ ਅਸੈਂਬਲੀ 'ਚ ਪਾਸ ਹੋਵੇ ਤੇ ਭਾਵੇਂ ਜਿਹੜਾ ਵਾ ਲੋਕ ਸਭਾ 'ਚ ਪਾਸ ਹੋਵੇ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ ਉਹ ਤੇ ਬਾਅਦ ਦੀ ਗੱਲ ਆ, ਪਰ ਪਹਿਲਾਂ ਪਿੰਡ ਦਾ ਸਰਪੰਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਉੱਥੋਂ ਦਾ ਮੁੱਖ ਸੇਵਾਦਾਰ, ਉਹਨੂੰ ਕਾਨੂੰਨੀ ਤੌਰ ਤੇ ਪੁਲਿਸ ਜਿਹੜਾ ਵਾ ਅਰੈਸਟ ਕਰੇ ਤਾਂ ਬੇਅਦਬੀ ਰੋਕ ਸਕਦੀ ਆ। ਤੇ ਨਹੀਂ ਤੇ ਉਹ ਜਿੱਥੇ ਵੀ ਬੇਅਦਬੀ ਹੁੰਦੀ ਆ ਉੱਥੇ ਪਛਚਾਤਾਪ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ ਰਖਾ ਕੇ ਪਛਚਾਤਾਪ ਕਰਕੇ ਸਾਰੇ ਜਿਹੜੇ ਆ ਘਰਾਂ ਨੂੰ ਜਿਹੜੇ ਆ ਤੁਰ ਜਾਂਦੇ ਆ, ਤੇ ਉਹ ਬੇਅਦਬੀ ਲਗਾਤਾਰ ਜਾਰੀ ਰਹਿੰਦੀ ਆ। ਬੇਅਦਬੀ ਰੋਕਣ ਲਈ ਸਾਨੂੰ ਕਾਨੂੰਨੀ ਤੌਰ ਤੇ, ਸਮਾਜਿਕ ਤੌਰ ਤੇ, ਪੰਥਕ ਤੌਰ ਤੇ ਠੋਸ ਉਪਰਾਲੇ ਕਰਨੇ ਚਾਹੀਦੇ ਆ। ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਊਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਨੂੰ, ਤੇ ਇਹਨਾਂ ਗੁਰਪੁਰਬਾਂ ਨੂੰ ਮਨਾਏ ਜਾਣ ਨੂੰ ਸੱਚੀ ਸਾਡੀ ਸ਼ਰਧਾ ਹੋਏਗੀ। ਸੋ ਭੋਮਾ ਸਾਹਿਬ, ਅੰਤ ਦੇ ਉੱਤੇ ਹੁਣ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਕੱਲ੍ਹ ਆ ਉਹ ਉੱਥੇ ਉਲੀਕਿਆ ਗਿਆ ਆ, ਕੱਲ੍ਹ ਨੂੰ ਤੁਸੀਂ ਉੱਥੇ ਆਪਣੇ ਵੱਲੋਂ ਅਰਦਾਸ ਜਿਹੜੀ ਆ ਉਹ ਵੀ ਕਰਨੀ ਆ। ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਇਸ ਪ੍ਰੋਗਰਾਮ ਨੂੰ ਲੈ ਕੇ? ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਿਮਰਤਾ ਭਰੀ ਇੱਕ ਅਪੀਲ ਕਰਦਾ ਕਿ ਹਾਲੇ ਟਾਈਮ ਆ, ਸਵੇਰੇ ਜਿਹੜੇ ਆ 10 ਵਜੇ ਪ੍ਰੋਗਰਾਮ ਸ਼ੁਰੂ ਹੋਣੇ ਆ ਜੋ 1-2 ਵਜੇ ਤੱਕ ਚੱਲਣੇ ਆ। ਸੋਸ਼ਲ ਮੀਡੀਆ ਰਾਹੀਂ, ਟੈਲੀਫੋਨਾਂ ਰਾਹੀਂ ਜਿੱਥੇ ਜਿੱਥੇ ਵੀ ਬਾਹਰ ਦੇ ਸਿੱਖ ਮੇਰੀ ਆਵਾਜ਼ ਸੁਣ ਰਹੇ ਆ, ਉਹ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ ਜਿੱਥੇ ਲਾਗੇ ਆ, ਭਾਵੇਂ ਪੰਜਾਬ 'ਚ ਕਿਤੇ ਵੀ ਲਾਗੇ ਉਹਨਾਂ ਦੇ ਕੋਈ ਰਿਸ਼ਤੇਦਾਰ ਆ, ਸੱਜਣ ਮਿੱਤਰ ਆ, ਉਹਨਾਂ ਨੂੰ ਫੋਨਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਉਹਨੂੰ ਪ੍ਰੇਰਿਤ ਕਰਕੇ ਜਿਹੜਾ ਵਾ ਕੱਲ੍ਹ 10 ਵਜੇ ਜਿਹੜਾ ਵਾ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਜਿਹੜੀ ਆ ਪਹੁੰਚਣ ਦੀ ਉਹ ਵੀ ਅਪੀਲ ਕਰਨ। ਉੱਥੇ ਜਿਹੜਾ ਵਾ ਧਾਰਮਿਕ ਸ਼ਖਸੀਅਤਾਂ ਉਹਨਾਂ ਨੂੰ ਜੇ ਐਂ ਵੀ ਕਹਿਣਗੀਆਂ, ਉਹਨਾਂ ਦਾ ਧੰਨਵਾਦ ਹੀ ਕਰਨਗੀਆਂ, ਤੇ ਸਾਰੇ ਆਪਾਂ ਸੰਗਤ ਰੂਪੀ ਰਲ ਕੇ ਜਿਹੜਾ ਵਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਨਿਰਵਿਘਨਤਾ ਸਹਿਤ ਅਰਦਾਸ ਵੀ ਜਿਹੜਾ ਵਾ ਸੰਗਤ ਰੂਪੀ ਇਕੱਠੇ ਕਰਾਂਗੇ। ਮੇਰੀ ਇਹੋ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ। ਇੱਕ ਭੋਮਾ ਸਾਹਿਬ, ਮੈਂ ਇੱਕ ਤੁਹਾਡੇ ਕੋਲ ਕਮੈਂਟ ਇਹ 'ਤੇ ਲੈਣਾ ਚਾਹੂੰਗਾ ਕਿ ਪੰਜਾਬੀ ਬੋਲੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਆ, ਉਸ ਦੇ ਉੱਤੇ ਇੱਕ ਸਿੰਗਰ ਆ ਸਿੱਧੂ ਮੂਸੇਵਾਲਾ ਜਿਹੜਾ ਵਿਦੇਸ਼ ਦੇ ਵਿੱਚ ਰਹਿੰਦਾ, ਉਹਨੇ ਮਾਈ ਭਾਗੋ ਦੀ ਇੱਕ ਲਾਈਨ ਇੱਕ ਅਜਿਹੇ ਆਸ਼ਕੀ ਵਾਲੇ ਗੀਤ ਦੇ ਵਿੱਚ ਬੋਲੀ ਆ ਜਿਹੜੀ ਕਿ ਸੰਗਤਾਂ ਨੂੰ ਬਰਦਾਸ਼ਤ ਨਹੀਂ ਹੈਗੀ, ਤੇ ਉਸ ਦਾ ਬੜਾ ਵਿਰੋਧ ਜਿਹੜਾ ਉਹ ਵੀ ਚੱਲ ਰਿਹਾ। ਗੁਰਦਾਸ ਮਾਨ ਵੀ ਜਿਹੜਾ ਆ ਉਹ ਹਿੰਦੀ ਦੇ ਹੱਕ ਦੇ ਵਿੱਚ ਨਿੱਤ ਰਿਹਾ। ਸੋ ਇਸ ਦੇ ਉੱਤੇ ਤੁਹਾਡਾ ਲਾਸਟ ਦੇ ਉੱਤੇ ਕੀ ਕਮੈਂਟ ਹੈਗਾ ਇਹਨਾਂ ਲੋਕਾਂ ਵਾਸਤੇ ਜਿਹੜੇ ਪੰਜਾਬੀ ਦੇ ਸਿਰ ਤੋਂ ਖਾ ਕੇ ਤੇ ਉਹ ਹੁਣ ਉਸੇ ਚੀਜ਼ ਦੇ ਵਿਰੋਧ ਦੇ ਵਿੱਚ ਬੋਲ ਰਹੇ? ਵੇਖੋ, ਇਹ ਬਹੁਤ ਵੱਡੀ ਗਦਾਰੀ ਆ ਪੰਜਾਬੀ ਮਾਂ ਬੋਲੀ ਨਾਲ, ਪੰਜਾਬ ਨਾਲ ਗੁਰਦਾਸ ਮਾਨ ਨੇ ਕੀਤੀ ਆ। ਅੱਜ ਗੁਰਦਾਸ ਮਾਨ ਜੋ ਵੀ ਆ ਉਹ ਪੰਜਾਬੀ ਬੋਲੀ ਕਰਕੇ ਆ ਤੇ ਪੰਜਾਬ ਕਰਕੇ ਆ। ਉਹਨੂੰ ਕੱਲ੍ਹ ਕੋਈ ਨਹੀਂ ਸੀ ਜਾਣਦਾ। ਜੇ ਉਹਨੂੰ ਜਾਣਦਾ ਅੱਜ ਕੋਈ ਦੇਸ਼ ਵਿਦੇਸ਼ ਦੇ ਵਿੱਚ, ਤੇ ਪੰਜਾਬੀ ਮਾਂ ਬੋਲੀ ਕਰਕੇ ਜਾਣਦਾ। ਜਿਹੜਾ ਉਹਨੇ ਜਦੋਂ ਅਮਿਤ ਸ਼ਾਹ ਨੇ, ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਸਮੁੱਚੇ ਦੇਸ਼ ਦੇ ਵਿੱਚ ਹਿੰਦੀ ਭਾਸ਼ਾ ਜਿਹੜੀ ਆ ਲਾਗੂ ਹੋਣੀ ਚਾਹੀਦੀ ਹੈ, ਉਹਨੇ ਉਸ ਬਿਆਨ ਦੀ ਹਮਾਇਤ ਕੀਤੀ ਆ ਗੁਰਦਾਸ ਮਾਨ ਨੇ। ਗੁਰਦਾਸ ਮਾਨ ਨੂੰ ਪਹਿਲੀ ਤਾਂ ਗੱਲ ਆ ਵੀ ਆਪਣੀ ਔਕਾਤ 'ਚ ਰਹਿਣਾ ਚਾਹੀਦਾ। ਇਹ ਉਹਦੀ ਕੋਈ ਹੱਦ ਨਹੀਂ ਆ।
ਉਹ ਕੋਈ ਸਿਆਸੀ ਲੀਡਰ ਨਹੀਂ ਆ। ਤੇ ਜੇ ਉਹਨੇ ਇਹ ਗਲਤੀ ਬਹੁਤ ਵੱਡੀ ਕੀਤੀ ਆ, ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਵੀ ਕਰਦਾ। ਤੇ ਕੱਲ ਕੈਨੇਡਾ ਵਿੱਚ ਜਿਨ੍ਹਾਂ ਸਿੱਖ ਭਰਾਵਾਂ ਨੇ, ਪੰਜਾਬੀ ਭਰਾਵਾਂ ਨੇ ਗੁਰਦਾਸ ਮਾਨ ਦਾ ਜਿਹੜਾ ਵਾ, ਜਿੱਥੇ ਉਹਦਾ ਸ਼ੋਅ ਚੱਲ ਰਿਹਾ ਸੀ, ਉਹਦੇ ਬਾਹਰ ਪ੍ਰੋਟੈਸਟ ਵੀ ਕੀਤਾ ਵਾ। ਉਹਨਾਂ ਸਿੱਖਾਂ ਦੀ, ਉਹਨਾਂ ਪੰਜਾਬੀਆਂ ਦੀ ਮੈਂ ਰੱਜ ਕੇ ਪ੍ਰਸ਼ੰਸਾ ਕਰਦਾ। ਤੇ ਬਾਕੀਆਂ ਨੂੰ ਇਹ ਬੇਨਤੀ ਕਰਦਾ ਵਾਂ ਕਿ ਇਹਨੂੰ ਖੋਟੇ ਸਿੱਕੇ ਵਾਂਗੂ ਜਿਹੜਾ ਵਾ ਵਾਪਸ ਜਿਹੜਾ ਵਾ ਪੰਜਾਬ ਜਿਹੜਾ ਵਾ ਭੇਜਿਆ ਜਾਵੇ। ਤੇ ਇਹਦੇ ਕਿਤੇ ਵੀ ਜਿਹੜੇ ਆ ਸ਼ੋਅ ਜਿਹੜੇ ਆ ਹੋਣ ਨਾ ਦਿੱਤੇ ਜਾਣ, ਤਾਂ ਜੋ ਇਹਨੂੰ ਆਪਣੀ ਅਸਲ ਔਕਾਤ ਦਾ ਜਿਹੜਾ ਵਾ ਪਤਾ ਲੱਗ ਸਕੇ। ਇਹ ਜੋ ਪਾਣੀ ਦਾ ਬੁਲਬੁਲਾ ਵਾ, ਇਹ ਬੁੱਝ ਕੇ ਫੇਰ ਹੀ ਇਹਨੂੰ ਪਤਾ ਲੱਗੂਗਾ ਕਿ ਪੰਜਾਬੀ ਕੀ ਆ, ਹਿੰਦੀ ਕੀ ਆ। ਮੈਂ ਤੇ ਇਹਨੂੰ ਵੀ ਇੱਕ ਸਲਾਹ ਦੇਣਾ ਕਿ ਪੰਜਾਬ 'ਚੋਂ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਇਹ ਆਪਣਾ ਯੂਪੀ ਬਿਹਾਰ ਦੇ ਵਿੱਚ ਲੈ ਜਾਵੇ। ਪੰਜਾਬੀਆਂ ਨਾਲ ਇਹਦਾ ਹੁਣ ਕੋਈ ਸਬੰਧ ਨਹੀਂ। ਜੇ ਤੇ ਸਿੱਖ ਕੌਮ ਕੋਲੋਂ, ਪੰਜਾਬੀਆਂ ਕੋਲੋਂ ਮਾਫੀ ਮੰਗਦਾ, ਫਿਰ ਬੈਠ ਕੇ ਕੋਈ ਗੱਲ ਜਿਹੜੀ ਆ ਵੇਖੀ ਜਾ ਸਕਦੀ ਆ। ਨਹੀਂ ਤੇ ਇਹਦਾ ਹੁਣ ਵਿਰੋਧ ਰੁਕਣ ਵਾਲਾ ਨਹੀਂ। ਇਹ ਵਿਰੋਧ ਇਹਦਾ ਪੰਜਾਬ 'ਚ ਵੀ ਹੋਣਾ ਵਾ। ਇਹਦਾ ਪ੍ਰੋਗਰਾਮ ਦਿੱਲੀ 'ਚ ਵੀ ਹੋਊਗਾ। ਜਿੱਥੇ ਜਿੱਥੇ ਕੋਈ ਪੰਜਾਬੀ ਵੱਸਦਾ ਵਾ, ਇਹਦਾ ਲਗਾਤਾਰ ਜਿਹੜਾ ਇਹ ਵਿਰੋਧ ਜਿਹੜਾ ਹੁਣ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਵਾ ਚੱਲਦਾ ਰਹਿਣਾ। ਰਹਿ ਗਈ ਗੱਲ ਜਿਹੜੀ ਆ ਮੂਸੇਵਾਲੇ ਦੀ, ਮੂਸੇਵਾਲਾ ਜਿਹੜਾ ਵਾ ਮਾਫੀ ਮੰਗ ਗਿਆ ਵਾ। ਸੋ ਮੇਰੀ ਸਾਰੇ ਹੀ ਗਾਇਕਾਂ ਨੂੰ ਬੇਨਤੀ ਆ ਕਿ 550 ਸਾਲਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਆਏ। ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਲਿਪੀ ਨੂੰ ਜਿਹੜਾ ਵਾ ਜਨਮ ਦਿੱਤਾ ਸੀ, ਉਤਸ਼ਾਹਿਤ ਕੀਤਾ ਸੀ, ਸ਼ੁਰੂਆਤ ਉੱਥੋਂ ਹੋਈ ਸੀ। ਤੇ ਇਹਨਾਂ ਸਾਰੇ ਗਾਇਕਾਂ ਨੂੰ ਵੀ ਆਪਣਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੀ ਸ਼ਰਧਾ, ਆਪਣੀ ਅਕੀਦਤ ਗਾਣਿਆਂ ਦੇ ਰੂਪ ਦੇ ਵਿੱਚ ਧਾਰਮਿਕ ਤੌਰ 'ਤੇ ਕੈਸਟਾਂ ਕੱਢਣ, ਤੇ ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਸ ਹੋਵੇ, ਗੁਰੂ ਸਿਧਾਂਤਾਂ ਦਾ ਜਿਹੜਾ ਵਾ ਉੱਥੇ ਜਿਹੜੀ ਆ ਗੱਲ ਹੋਵੇ, ਸਿੱਖ ਸੂਰਮਿਆਂ ਦੀ ਗੱਲ ਹੋਵੇ, ਸਿੱਖ ਬਹਾਦਰਾਂ ਦੀ ਗੱਲ ਹੋਵੇ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ, ਬਾਬੇ ਬੰਦੇ ਬਹਾਦਰ ਦੀ ਗੱਲ ਹੋਵੇ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਆ ਗੱਲ ਹੋਵੇ, ਭਾਈ ਅਮਰੀਕ ਸਿੰਘ ਜੀ ਦੀ ਗੱਲ ਹੋਵੇ। ਇਹਨਾਂ ਸਾਰੇ ਗਾਇਕਾਂ ਨੂੰ ਜਿਹੜਾ ਵਾ ਪੰਜਾਬ ਦੀ ਅਣਖ ਗੈਰਤ ਨੂੰ ਲੈ ਕੇ, ਤੇ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਫਕੀਰਾਂ ਦੀ ਧਰਤੀ ਆ, ਇਹਨਾਂ ਭਾਵਨਾ ਨੂੰ ਸਮਝਦਿਆਂ ਹੋਇਆਂ ਜਿਹੜਾ ਵਾ ਗੁਰੂ ਨਾਨਕ ਸਾਹਿਬ ਨੂੰ ਆਪਣੀ ਸ਼ਰਧਾ ਭੇਟ ਕਰਨ ਲਈ ਧਾਰਮਿਕ ਜਿਹੜੀਆਂ ਨੇ ਕੈਸਟਾਂ ਜਿਹੜੀਆਂ ਇਹਨਾਂ ਨੂੰ ਕੱਢਣੀਆਂ ਚਾਹੀਦੀਆਂ। ਜਿਵੇਂ ਹੰਸਰਾਜ ਨੇ ਪੱਤਾ ਸਿੰਘਾਂ ਦਾ ਵੈਰੀ ਕੱਢੀ ਸੀ, ਜਿਵੇਂ ਬੀਬੀ ਬਿੱਟੀ ਨੇ ਜਿਹੜਾ ਵਾ ਉਹ ਸਿੱਖੀ ਬਾਰੇ ਜਿਹੜੀ ਆ ਕੈਸਟ ਕੱਢੀ ਆ। ਇਸੇ ਕਰਕੇ ਇਹਨਾਂ ਗਾਇਕਾਂ ਨੂੰ ਵੀ ਜਿਹੜਾ ਵਾ ਸਿੱਖੀ ਪ੍ਰਤੀ, ਪੰਥ ਪ੍ਰਤੀ, ਗੁਰੂ ਸਾਹਿਬ ਪ੍ਰਤੀ, ਸਾਹਿਬਜ਼ਾਦਿਆਂ ਪ੍ਰਤੀ, ਮਾਤਾ ਗੁਜਰ ਕੌਰ ਜੀ ਪ੍ਰਤੀ ਕੋਈ ਆਪਣੀਆਂ ਇਸ ਤਰ੍ਹਾਂ ਦੀਆਂ ਕੈਸਟਾਂ ਕੱਢਣੀਆਂ ਚਾਹੀਦੀਆਂ ਨੇ, ਜਿਹੜੀਆਂ ਆਪਾਂ 550 ਸਾਲਾਂ ਨੂੰ ਇਹ ਗਾਇਕ ਵੀ ਜਿਹੜਾ ਵਾ ਉਹਦੇ ਵਿੱਚ ਜਿਹੜਾ ਵਾ ਗੁਰਪੁਰਬਾਂ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਰਧਾ ਜਿਹੜੀ ਆ ਪੇਸ਼ ਕਰਨ। ਇਹ ਮੇਰੀ ਇਹਨਾਂ ਗਾਇਕਾਂ ਨੂੰ ਵੀ ਪੁਰਜ਼ੋਰ ਬੇਨਤੀ ਆ। ਸੋ ਬਿਲਕੁਲ ਇਸ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸਰਦਾਰ ਮਨਜੀਤ ਸਿੰਘ ਜੀ ਭੋਮਾ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਤੇ ਇਹਨਾਂ ਦਾ ਕੱਲ ਜਿਹੜਾ ਪ੍ਰੋਗਰਾਮ ਡੇਰਾ ਬਾਬਾ ਨਾਨਕ ਵਿਖੇ ਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਇਕੱਤਰ ਹੋ ਕੇ ਸਾਂਝੇ ਰੂਪ ਦੇ ਵਿੱਚ ਅਰਦਾਸ ਕਰਨਗੀਆਂ, ਕਿਉਂਕਿ ਕੱਲ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਦਿਹਾੜਾ ਵੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੱਖਰੀ ਸਟੇਜ ਜਿਹੜੀ ਆ ਉਹ ਲਗਾਉਣ ਦੀ ਬਜਾਏ ਡੇਰਾ ਬਾਬਾ ਨਾਨਕ ਵਿਖੇ ਹੀ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਗਏ ਆ, ਤੇ ਉੱਥੇ ਪ੍ਰੋਗਰਾਮ ਜਿਹੜੇ ਉਹ ਮਨਾਏ ਜਾਣਗੇ। ਸੋ ਕੱਲ ਤੁਹਾਨੂੰ ਫੇਰ ਹੋਰ ਅਪਡੇਟ ਦੇਵਾਂਗੇ ਕਿ ਉੱਥੇ ਕੀ ਕੁਝ ਹੋਇਆ। ਸੋ ਅੱਜ ਦੇ ਲਈ ਇੰਨਾ ਹੀ, ਇੱਥੇ ਬਣਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।